सरकार मुर्दाबाद 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 पंजाब सरकार मुर्दाबाद 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 हेरा फेरी बंद करो बंद करो बंद करो 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 पंजाब सरकार मुर्दाबाद 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 पंजाब सरकार मुर्दाबाद 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 धोखेबाज सरकार मुर्दाबाद 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 लोगों ਨੂੰ ਮੂਰਖ ਬਣਾਉਣੇ ਉਹਨਾਂ ਨੇ ਪਰ ਅੱਜ 12 ਤਰੀਕ ਹੋ ਗਈ 12 ਤਰੀਕ ਤੱਕ ਵੀ ਜੋ ਇਹਨਾਂ ਨੇ ਇੱਥੇ ਲਾਇਆ ਸਾਡਾ ਮੂਰਖ ਬਣਾਉਣ ਲਈ ਉਹ ਵੀ ਸਾਰਾ ਕੁਝ ਅਧੂਰਾ ਕੋਈ ਪੇਪਰ ਵਰਕ ਨਹੀਂ ਇਹਨਾਂ ਨੇ ਕੀਤਾ ਜਿਸ ਤਰ੍ਹਾਂ ਇਹਨਾਂ ਨੇ ਵਾਰਡਬੰਦੀ ਦੇ ਵਿੱਚ ਧੱਕੇਸ਼ਾਹੀ ਕੀਤੀ ਹੈ ਕਿਸੇ ਦੀ ਟੰਗ ਫੜ ਲਈ ਕਿਸੇ ਦੀ ਬਾਹ ਫੜ ਲਈ ਕਿਸੇ ਦੀ ਉਹੀ ਕੰਮ ਇਹਨਾਂ ਲਿਸਟਾਂ ਦੇ ਵਿੱਚ ਕਰਨਗੇ ਇਹ ਅੱਜ ਪਹਿਲਾਂ 16 ਤਰੀਕ ਤੱਕ ਇਹਦੇ 'ਚ ਇਤਰਾਜ਼ ਲਿਖਿਆ ਹੋਇਆ ਅਸੀਂ ਆਪਣੇ ਇਤਰਾਜ਼ ਆਪਣੇ ਐਸਡੀਐਮ ਸਾਹਿਬ ਨੂੰ ਜਿਹੜੇ ਇੱਥੋਂ ਦੇ ਜਿਨ੍ਹਾਂ ਨੇ ਵੋਟਰ ਲਿਸਟਾਂ ਦੀ ਸੁਧਾਈ ਕਰਨੀ ਸੀਗੀ ਉਹਨਾਂ ਨੂੰ ਆਪਣੇ ਇਤਰਾਜ਼ ਦੇਵਾਂਗੇ ਉਸ ਤੋਂ ਬਾਅਦ ਅਸੀਂ ਕੋਰਟ ਦਾ ਦਰਵਾਜ਼ਾ ਵੀ ਬਿਲਕੁਲ ਖੜਕਾਵਾਂਗੇ ਜੇ ਧੱਕਾ ਇਸ ਤਰ੍ਹਾਂ ਹੀ ਇਹਨਾਂ ਨੇ ਜਾਰੀ ਰੱਖਿਆ। ਨਿਗਮ ਚੋਣਾਂ ਸੰਬੰਧੀ ਵੋਟਰ ਸੂਚੀਆਂ ਦੀਆਂ ਲਿਸਟਾਂ ਨਾ ਲਗਾਉਣ ਦਾ ਦੋਸ਼। ਅਕਾਲੀ ਆਗੂਆਂ ਨੇ ਨਿਗਮ ਅਧਿਕਾਰੀਆਂ ਤੇ ਸਿਆਸੀ ਦਬਾਅ ਹੇਠ ਕੰਮ ਕਰਨ ਦਾ ਦੋਸ਼ ਲਗਾਇਆ। ਅਕਾਲੀ ਦਲ ਦੇ ਸਾਬਕਾ ਕੌਂਸਲਰਾਂ ਅਤੇ ਹੋਰਨਾਂ ਆਗੂਆਂ ਨੇ ਦੋਸ਼ ਲਗਾਇਆ ਹੈ ਕਿ ਮੋਹਾਲੀ ਨਗਰ ਨਿਗਮ ਚੋਣਾਂ ਸੰਬੰਧੀ ਨਿਸ਼ਚਿਤ ਤਾਰੀਖ ਤੇ ਵੋਟਰ ਲਿਸਟਾਂ ਬਾਰੇ ਕੋਈ ਸੂਚਨਾ ਨਿਗਮ ਦਫ਼ਤਰ ਵਿੱਚ ਪ੍ਰਕਾਸ਼ਿਤ ਨਹੀਂ ਕੀਤੀ ਗਈ, ਜਿਸ ਕਾਰਨ ਚੋਣ ਲੜਨ ਦੇ ਵੱਖ-ਵੱਖ ਚਾਹਵਾਨ ਵਿਅਕਤੀਆਂ ਨੂੰ ਪਰੇਸ਼ਾਨੀ ਸਹਿਣੀ ਪੈ ਰਹੀ ਹੈ। ਇਸ ਸੰਬੰਧੀ ਵੋਟਰ ਲਿਸਟਾਂ ਬਾਰੇ ਪਤਾ ਕਰਨ ਲਈ ਕਈ ਕੌਂਸਲਰ ਨਗਰ ਨਿਗਮ ਦੇ ਦਫ਼ਤਰ ਪਹੁੰਚੇ। ਸਾਬਕਾ ਕੌਂਸਲਰਾਂ ਅਤੇ ਅਕਾਲੀ ਆਗੂਆਂ ਨੂੰ ਜਦੋਂ ਲੋੜੀਂਦੀ ਜਾਣਕਾਰੀ ਨਾ ਮਿਲੀ ਤਾਂ ਉਹਨਾਂ ਨੇ ਨਿਗਮ ਦਫ਼ਤਰ ਦੇ ਬਾਹਰ ਧਰਨਾ ਦੇਣਾ ਸ਼ੁਰੂ ਕਰ ਦਿੱਤਾ ਅਤੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਸ਼ੈਅ ਤੇ ਧੱਕੇਸ਼ਾਹੀਆਂ ਦੇ ਦੋਸ਼ ਲਗਾਉਂਦੇ ਹੋਏ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਮੌਕੇ ਨਿਗਮ ਦਫ਼ਤਰ ਦੇ ਬਾਹਰ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਾਬਕਾ ਕੌਂਸਲਰਾਂ ਅਤੇ ਅਕਾਲੀ ਆਗੂਆਂ ਪਰਵਿੰਦਰ ਸਿੰਘ ਸੋਹਾਣਾ, ਆਰਪੀ ਸ਼ਰਮਾ, ਕੁਲਦੀਪ ਕੌਰ ਕੰਗ, ਪਰਮਜੀਤ ਸਿੰਘ ਕਾਲੋ, ਹਰਮੇਸ਼ ਕੁੰਬੜਾ, ਹਰਪਾਲ ਸਿੰਘ ਚੰਨਾ, ਅਰੁਣ ਗੋਇਲ, ਸੁਖਦੇਵ ਸਿੰਘ ਪਟਵਾਰੀ ਅਤੇ ਅਕਾਲੀ ਆਗੂਆਂ ਨੰਬਰਦਾਰ ਹਰਸੰਗਤ ਸਿੰਘ, ਜਸਪਾਲ ਸਿੰਘ ਮਟੌਰ, ਜਥੇਦਾਰ ਕਰਤਾਰ ਸਿੰਘ ਤਸੰਬਲੀ ਨੇ ਕਿਹਾ ਵੋਟ ਇਹਨਾਂ ਨੇ ਕੱਟਤੀ ਸਾਨੂੰ ਖਾਸ਼ਾ ਜਦੋਂ ਸਾਡੀਆਂ ਵੋਟਾਂ ਸਾਡੇ ਉਹਦੇ ਚ ਨਾ ਹੋਈਆਂ ਵੋਟਰ ਲਿਸਟ 'ਚ ਅਸੀਂ ਚੋਣਾਂ ਹੀ ਲੜ ਸਕਦੇ। 16 ਤਰੀਕ ਤੋਂ ਬਾਅਦ ਇਹਨਾਂ ਨੇ ਪਬਲਿਸ਼ ਕਰ ਦੇਣੀ, ਸਾਡੇ ਕੋਲ ਵੋਟਰ ਲਿਸਟ ਨਹੀਂ ਹੋਣੀ। ਬਾਅਦ ਚ ਅਸੀਂ ਆ ਪਟਵਾਰੀ ਸਾਹਿਬ ਦੀ ਪਿਛਲੀ ਵਾਰੀ ਇਦਾਂ ਹੀ ਹੋਇਆ ਜਾ ਕੇ ਹਾਈ ਕੋਰਟ ਤੋਂ ਜਾ ਕੇ ਉਹਨਾਂ ਦੇ ਕਾਗਜ਼ ਠੀਕ ਹੋਏ। ਤੇ ਕੀ ਹੁਣ ਤੁਹਾਡਾ ਅਗਲਾ ਐਕਸ਼ਨ ਕੀ ਹੋਊਗਾ? ਸਾਡਾ ਅਗਲਾ ਐਕਸ਼ਨ ਇਹ ਹੈ, ਦੇਖੋ ਅਸੀਂ 16 ਤਰੀਕ ਤੱਕ ਮਾਨਯੋਗ ਜਿਹੜੇ ਇਲੈਕਸ਼ਨ ਕਮਿਸ਼ਨ ਹੈ ਉਹਨਾਂ ਦੀ ਹਦਾਇਤਾਂ ਦਾ ਪਾਲਣ ਕਰਾਂਗੇ। 16 ਤਰੀਕ ਤੱਕ ਉਹਨਾਂ ਨੇ ਇਤਰਾਜ਼ ਕਿਹਾ, ਅਸੀਂ ਇਤਰਾਜ਼ ਇਹ ਆਪਣੇ 16 ਤੋਂ ਪਹਿਲਾਂ ਦਰਜ ਕਰਾਵਾਂਗੇ। ਇਤਰਾਜ਼ਾਂ ਦੀ ਪੂਰਤੀ ਤੋਂ ਬਾਅਦ ਜੇਕਰ ਇਹਨਾਂ ਨੇ ਇਤਰਾਜ਼ ਜਿਸ ਤਰ੍ਹਾਂ ਸਾਡੇ ਪਹਿਲਾਂ ਨਹੀਂ ਸੁਣੇ ਅਸੀਂ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਤਾਂ ਹੁਣ ਵੀ ਇਸ ਗੱਲ ਤੇ ਵੀ ਅਸੀਂ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ। ਤੇ ਸਾਨੂੰ ਪੂਰਨ ਉਮੀਦ ਹੈ ਕਿ ਜਿਵੇਂ ਬਲਵੀਰ ਸਿੰਘ ਸਿੱਧੂ ਇੱਥੇ ਧੱਕਾ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹ ਧੱਕਾ ਕਦੀ ਚਿੱਤ ਬਰਦਾਸ਼ਤ ਨਹੀਂ ਕਰਨਗੇ ਮੋਹਾਲੀ ਸ਼ਹਿਰ ਦੇ। ਬਿਲਕੁਲ ਕਿ ਪਿਛਲੇ ਸਮੇਂ ਦੌਰਾਨ ਹੋਈ ਡਿਵੈਲਪਮੈਂਟ ਅਤੇ ਰਾਜਨੀਤੀ ਤੋਂ ਉੱਪਰ ਉੱਠ ਕੇ ਕੀਤੇ ਗਏ ਵਿਕਾਸ ਕਾਰਨ ਇਹ ਸਾਡੇ ਸਾਰੇ ਕੌਂਸਲਰਾਂ ਨੂੰ ਸਹਿਯੋਗ ਦੇਣਗੇ। ਪਰ ਬਲਵੀਰ ਸਿੰਘ ਸਿੱਧੂ ਨੂੰ ਤੇ ਸਮੇਂ ਦੀ ਹਕੂਮਤ ਨੂੰ ਅਸੀਂ ਅੱਜ ਇਹ ਕਹਿਣ ਆਏ ਹਾਂ, ਜੇ ਤੁਸੀਂ ਇਹ ਧੱਕਾਸ਼ਾਹੀ ਏਦਾਂ ਹੀ ਕਰੋਗੇ ਤਾਂ ਫਿਰ ਉਹ ਦਿਨ ਦੂਰ ਨਹੀਂ ਜਦੋਂ ਤੁਹਾਨੂੰ ਜਨਤਾ ਦੀ ਕਚਹਿਰੀ ਦੇ ਵਿੱਚ ਜਵਾਬ ਇਹਨਾਂ ਚੋਣਾਂ ਦੇ ਵਿੱਚ ਤਾਂ ਦੇਣਾ ਹੀ ਦੇਣਾ ਤੇ 2022 ਦੇ ਵਿੱਚ ਵੀ ਤੁਹਾਡੀ ਧੌਣ ਤੇ ਗੋਡਾ ਇਸ ਮੋਹਾਲੀ ਸ਼ਹਿਰ ਦੇ ਲੋਕ ਰੱਖਣਗੇ। ਇਸ ਨੂੰ 10 ਤਰੀਕ ਤੱਕ ਮਾਨਯੋਗ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਸੀਗੀਆਂ ਵੀ ਜਿਹੜੀਆਂ ਵੋਟਰ ਸੂਚੀਆਂ ਤੇ ਉਹਨਾਂ ਦੀ ਵਾਰਡਬੰਦੀ ਦੇ ਅਨੁਸਾਰ ਜਿਹੜੀ ਵੋਟ ਜਿੰਨੇ ਵਾਰਡ 'ਚ ਆ ਰਹੀ ਹੈ ਉਹਦੇ ਨੰਬਰਿੰਗ ਉਹਨਾਂ ਦੇ ਨਾਮ ਸਾਰਾ ਕੁਝ ਮੈਂਸ਼ਨ ਕਰਕੇ ਇਹਨਾਂ ਨੇ ਲਿਸਟਾਂ ਲਾਉਣੀਆਂ ਸੀਗੀਆਂ। ਪਰ ਮੈਂ ਇਹ ਮੋਹਾਲੀ ਪ੍ਰਸ਼ਾਸਨ ਦੀ ਨਲਾਇਕੀ ਲਾ ਲਓ ਜਾਂ ਬਲਵੀਰ ਸਿੰਘ ਸਿੱਧੂ ਦਾ ਇਹਨਾਂ ਤੇ ਪ੍ਰੈਸ਼ਰ ਹੈ ਨਾ, ਕੋਈ ਇਹਨਾਂ ਨੇ ਲਿਸਟ ਨਹੀਂ ਲਾਈ। ਕੱਲ ਵੀ ਅਸੀਂ ਆ ਕੇ ਗਏ ਇੱਥੇ ਇਹਨਾਂ ਨੂੰ ਕਿਹਾ ਸਾਨੂੰ ਲਿਸਟਾਂ ਦੇ ਦਿਓ, ਕਹਿੰਦੇ ਕੋਈ ਨਹੀਂ ਹੈਗੀ ਜੀ। ਅੱਜ ਫੇਰ ਆਏ, ਅਸੀਂ ਸਵੇਰੇ 10 ਵਜੇ ਦੇ ਖੜੇ ਹਾਂ ਤੇ ਹੁਣ ਆ ਦੇਖ ਲਓ ਮੇਰੇ ਖਿਆਲ ਨਾਲ 3-3:30 ਵੱਜ ਗਏ। ਹੁਣ ਤੱਕ ਵੀ ਇਹਨਾਂ ਨੇ ਸਿਰਫ ਇੱਕ ਖਾਨਾ ਪੂਰਤੀ ਲਈ ਇੱਕ ਇੰਡੈਕਸ ਜਿਹਾ ਬਣਾ ਕੇ ਉਹਦੇ 'ਚ ਵਾਰਡ ਵਾਈਜ਼ ਜਿਹਾ ਲਿਖ ਕੇ ਖਾਨਾ ਪੂਰਤੀ ਕਰਤੀ, ਕੋਈ ਲਿਸਟ ਨਹੀਂ, ਕੋਈ ਨਾਮ ਨਹੀਂ ਉਹਦੇ 'ਚ ਮੈਂਸ਼ਨ। ਇਹ ਸਿਰਫ ਤੇ ਸਿਰਫ ਬਲਵੀਰ ਸਿੰਘ ਸਿੱਧੂ ਇੱਥੇ ਕਾਰਪੋਰੇਸ਼ਨ ਤੇ ਧੱਕਾ ਕਰਨ ਦੇ ਰੋਹ ਦੇ ਵਿੱਚ ਹੈ ਤੇ ਧੱਕਾ ਉਹ ਕਦੇ ਚਿੱਤ ਸ਼੍ਰੋਮਣੀ ਅਕਾਲੀ ਦਲ ਇੱਥੇ ਹੋਣ ਨਹੀਂ ਦਊਗਾ। ਤੇ ਜਿਹੜੀ ਚੋਣ ਹੈ ਅਸੀਂ ਬਲਬੀਰ ਸਿੰਘ ਸਿੱਧੂ ਨੂੰ ਕਹਿੰਦੇ ਆ, ਬੇਨਤੀ ਵੀ ਕਰਦੇ ਆ ਵੀ ਆ ਜਾਓ ਆਪਣੀਆਂ ਹਰਕਤਾਂ ਤੋਂ ਬਾਅਦ ਜੇ ਚੋਣ ਕਰਾਉਣੀ ਹੈ ਫੇਰ ਇਲੈਕਸ਼ਨ ਕਰਾ, ਤਾਂ ਕਿ ਤੈਨੂੰ ਆਪਣੀ ਜ਼ਮੀਨੀ ਹਕੀਕਤ ਦਾ ਵੀ ਪਤਾ ਲੱਗ ਜਾਏ ਵੀ ਕਿੰਨੇ ਕੁ ਪਾਣੀਆਂ 'ਚ ਕਿੰਨਾ ਕੁ ਤੁਸੀਂ ਸ਼ਹਿਰ ਦਾ ਵਿਕਾਸ ਕੀਤਾ। ਜਿਹੜੇ ਮੰਤਰੀ ਹੈ ਬਲਬੀਰ ਸਿੰਘ ਸਿੱਧੂ ਉਹ ਧੱਕਾਸ਼ਾਹੀ ਕਰਕੇ ਜਿਹੜੀ ਹੈ ਕਾਰਪੋਰੇਸ਼ਨ ਤੇ ਕਬਜ਼ਾ ਕਰਨਾ ਚਾਹੁੰਦੇ ਨੇ। ਪਹਿਲਾਂ ਹੀ ਜਿਹੜੀ ਉਹਨਾਂ ਨੇ ਵਾਰਡਬੰਦੀ ਇਸ ਤਰੀਕੇ ਨਾਲ ਕਰੀ ਹੈ, ਸ਼ਹਿਰ ਗਲੀ ਮਹੱਲੇ ਲੋਕਾਂ ਨੂੰ ਬੜੀ ਚਿੰਤਾ ਹੈ ਕਿ ਜਿਸ ਤਰੀਕੇ ਨਾਲ ਵਾਰਡਬੰਦੀ ਹੋਈ ਹੈ ਉਹ ਵਾਰਡਬੰਦੀ ਬਿਲਕੁਲ ਸਹੀ ਨਹੀਂ ਹੋਈ ਹੈਗੀ। ਲੋਕੀ ਤਾਂ ਉਸ ਗੱਲ ਤੋਂ ਬੜੇ ਚਿੰਤਤ ਨੇ
ਜੇਕਰ ਇਦਾਂ ਵੋਟਾਂ ਦੀ ਕੱਟ-ਵੱਧ ਕਰਕੇ ਲੋਕਾਂ ਨਾਲ ਧੱਕਾ ਕਰਨਾ ਹੈ, ਫਿਰ ਇਲੈਕਸ਼ਨ ਕਰਾਉਣ ਦਾ ਫਾਇਦਾ ਕੀ ਹੈ? ਸਿੱਧੇ ਹੀ ਆ ਕੇ ਬਹਿ ਜਾਣ ਕਾਰਪੋਰੇਸ਼ਨ ਤੇ। ਲਿਸਟਾਂ ਮੰਗੀਆਂ, ਬੜਾ ਰੌਲਾ ਪਾਇਆ, ਫਿਰ ਇੱਕ ਟੇਬਲ ਦੇ ਉੱਪਰ ਲਿਸਟ ਰੱਖ ਦਿੱਤੀ ਗਈ ਹੈ ਜਿਹਦੇ 'ਚ ਸਿਰਫ ਇੰਨਾ ਕੁ ਮੈਂਸ਼ਨ ਹੈਗਾ ਕਿ ਕਿਹੜੇ ਬੂਥ ਕਿੱਥੇ ਆ, ਕਿਹੜੇ ਬੂਥ ਕਿੱਥੇ ਆ, ਉਹ ਤੋਂ ਵੀ ਕੁਝ ਕਲੀਅਰ ਨਹੀਂ ਹੋ ਰਿਹਾ। ਸਾਰੇ ਜਿਹੜੇ ਸਾਡੇ ਸਾਬਕਾ ਕੌਂਸਲਰ ਸਾਹਿਬਾਨ ਹੈ, ਇਹਨਾਂ ਨੂੰ ਉੱਪਰ ਜਾ ਕੇ ਚੈੱਕ ਕਰਨ ਤੋਂ ਉਹਨਾਂ ਨੇ ਮਨਾ ਹੀ ਕਰਤਾ ਕਿ ਤੁਹਾਨੂੰ ਤਾਂ ਉੱਪਰ ਜਾ। ਇਸ ਮੌਕੇ ਮਿਊਨਿਸਪਲ ਟਾਊਨ ਪਲਾਨਰ ਰਜਨੀਸ਼ ਵਧਵਾ ਨੇ ਕਿਹਾ ਕਿ ਅਕਾਲੀ ਆਗੂਆਂ ਵੱਲੋਂ ਲਗਾਏ ਜਾ ਰਹੇ ਇਹ ਇਲਜ਼ਾਮ ਬੇਬੁਨਿਆਦ ਹਨ। ਉਹਨਾਂ ਕਿਹਾ ਵੋਟਰਸ ਦੀ ਡਿਟੇਲ ਉਹ ਸਾਨੂੰ ਪ੍ਰੋਵਾਈਡ ਹੀ ਨਹੀਂ ਕੀਤੀ ਉਹਨਾਂ ਨੇ, ਤੇ ਜੋ ਸਾਨੂੰ ਪ੍ਰੋਵਾਈਡ ਕੀਤਾ ਹੈ ਤੇ ਉਹ ਇੱਥੇ ਅਵੇਲੇਬਲ ਹੈ। ਬਾਕੀ ਤਾਂ ਐਸਡੀਐਮ ਆਫਿਸ ਤਾਂ ਅਵੇਲੇਬਲ ਹੈਗੀ ਹੈ। ਸਿਰਫ ਇਹ ਨਹੀਂ ਹੈ ਕਿ ਐਸਏ ਆਫਿਸ ਹੀ ਦੇਖ ਸਕਦੇ ਨੇ ਰਿਕਾਰਡ, ਉਹ ਐਸਡੀਐਮ ਆਫਿਸ ਵੀ ਜਾ ਕੇ ਦੇ ਸਕਦੇ ਨੇ। ਇੱਕ ਨੋਟਿਸ ਅਸੀਂ ਸਾਡਾ ਮਿਊਨਿਸਪਲ ਕਾਰਪੋਰੇਸ਼ਨ ਦਾ ਜਿਹੜਾ ਪਬਲਿਕ ਨੋਟਿਸ ਬੋਰਡ ਆ ਉੱਥੇ ਡਿਸਪਲੇ ਕੀਤਾ ਹੈ, ਗਮਾਡਾ ਦਾ, ਐਜੂਕੇਸ਼ਨ ਬੋਰਡ ਦਾ, ਸਿਵਲ ਹਸਪੀਟਲ, ਆਪਣਾ ਸੱਚਾ ਧੰਨ ਗੁਰਦੁਆਰਾ 3B1, 4 ਫੇਜ਼ ਦਾ ਗਾਰਡਨ, ਸਿਲਵਰ ਪਾਰਕ ਅਸੀਂ ਡਿਸਪਲੇ ਕਰਤੇ ਨੇ ਕਿ ਜਿਹੜਾ ਜੇ ਕੋਈ ਦੇਖਣਾ ਚਾਹੁੰਦਾ ਹੈ ਐਸਡੀਐਮ ਆਫਿਸ ਜਾਂ ਸਾਡੇ ਆਫਿਸ ਅਵੇਲੇਬਲ ਆ ਕੇ ਦੇਖ ਸਕਦਾ ਹੈ। ਇਹ ਹੈ ਨਾ, ਮੰਨ ਲਓ ਅਗਰ ਉਹ ਕੋਈ ਇਨਫੋਰਮੇਸ਼ਨ ਐਸਡੀਐਮ ਆਫਿਸ ਤੋਂ ਇਸ ਤਰ੍ਹਾਂ ਨਹੀਂ ਆਈ, ਪਰ ਐਸਡੀਐਮ ਆਫਿਸ ਤਾਂ ਅਵੇਲੇਬਲ ਹੈ ਨਾ, ਅਗਰ ਉਹ ਉੱਥੇ ਜਾ ਕੇ ਦੇ ਸਕਦੇ ਨੇ, ਉਹਨਾਂ ਦੇ ਆਫਿਸ ਹੈਗੀ ਅਵੇਲੇਬਲ। ਅਸੀਂ ਨੋਟਿਸ, ਪਬਲਿਕ ਨੋਟਿਸ ਲਗਵਾ ਦਿੱਤੇ, ਇੱਥੇ ਲਗਵਾਉਣੇ ਸੀ ਤੇ ਰਿਕਾਰਡ ਤਾਂ ਦਫ਼ਤਰ ਹੀ ਹੈ, ਅਵੇਲੇਬਲ ਹੈ। ਅਸੀਂ ਕੱਲ ਵੀ ਦਫ਼ਤਰ ਸੀ ਤੇ ਅੱਜ ਵੀ ਬੈਠੇ, ਪਰਸੋਂ ਵੀ ਦਫ਼ਤਰ ਹੀ ਸੀ। ਸਕਾਈ ਹਾਕ ਟਾਈਮਜ਼ ਲਈ ਜਸਵਿੰਦਰ ਸਿੰਘ ਦੀ ਰਿਪੋਰਟ।